हाँ जी विद्यार्थियों, कुछ ਕੁ ਇੰਪੋਰਟੈਂਟ ਕੁਐਸਚਨਸ ਜਿਹੜੇ ਪੋਲੀਟੀਕਲ ਸਾਇੰਸ ਦੇ ਵੈਰੀ ਇੰਪੋਰਟੈਂਟ ਨੇਗੇ। ਠੀਕ ਹੈ, ਓਪਨ ਬੋਰਡ ਦੇ ਪੇਪਰ ਦੇ ਵਿੱਚ ਆ ਸਕਦੇ ਨੇਗੇ। ਉਹਨੂੰ ਬੜੇ ਸੌਖੇ ਢੰਗ ਨਾਲ ਮੈਂ ਐਕਸਪਲੇਨ ਕਰ ਰਿਹਾ ਇਸ ਵੀਡੀਓ ਦੇ ਵਿੱਚ। ਜਿਨ੍ਹਾਂ ਵਿਦਿਆਰਥੀਆਂ ਨੂੰ ਕੋਈ ਦਿੱਕਤ ਆਉਂਦੀ ਹੈਗੀ, ਕੁਐਸਚਨ ਯਾਦ ਕਰਨ ਦੇ ਵਿੱਚ ਤਕਲੀਫ ਹੁੰਦੀ ਹੈ ਜਾਂ ਸਮਝ ਨਹੀਂ ਆਉਂਦੀ ਹੈ ਨਾ, ਤਾਂ ਉਹ ਇਹ ਕੁਐਸਚਨ ਯਾਦ ਕਰ ਸਕਦੇ ਨੇਗੇ। ਬੜੇ ਸੌਖੇ ਢੰਗ ਨਾਲ ਮੈਂ ਤਿਆਰ ਕੀਤੇ ਹੋਏ ਨੇਗੇ। ਇਹ ਬੁੱਕ ਤੋਂ ਥੋੜ੍ਹਾ ਜਿਹਾ ਡਿਫਰੈਂਟ ਹੈ ਇਹ ਸਟਾਈਲ। ਠੀਕ ਹੈ, ਤਾਂ ਤੁਸੀਂ ਇਸ ਢੰਗ ਨਾਲ ਵੀ ਅਟੈਂਪਟ ਕਰ ਸਕਦੇ ਹੋਗੇ ਜਿਹੜਾ ਵੀ ਤੁਹਾਡਾ ਕੋਈ ਕੁਐਸਚਨ ਆਉਂਦਾ ਹੈਗਾ। ਤਾਂ ਆਪਾਂ ਪਹਿਲਾ ਜਿਹੜਾ ਕੁਐਸਚਨ ਹੈਗਾ, ਐਕਸਪਲੇਨ ਦਾ ਡਾਕਟਰੀਨ ਆਫ ਕਲਾਸ ਸਟਰਗਲ, ਵਰਗ ਸੰਘਰਸ਼ ਦਾ ਜਿਹੜਾ ਸਿਧਾਂਤ ਹੈਗਾ ਦਿੱਤਾ ਸੀਗਾ ਕਾਰਲ ਮਾਰਕਸ ਦੁਆਰਾ, ਉਸ ਨੂੰ ਤੁਸੀਂ ਉਹਦੇ ਵਿੱਚ ਹੈ ਕੀ ਹੈਗਾ ਉਹ ਨੋਟ ਕਰ ਲਓ। ਤਾਂ ਸਭ ਤੋਂ ਪਹਿਲਾਂ ਹੈ ਦ ਡਾਕਟਰੀਨ ਆਫ ਕਲਾਸ ਸਟਰਗਲ ਆਫ ਕਾਰਲ ਮਾਰਕਸ ਇਜ਼ ਦ ਰਿਜ਼ਲਟ ਆਫ ਹਿਸ ਥਿਓਰੀ ਆਫ ਇਕਨੋਮਿਕ ਇੰਟਰਪ੍ਰੀਟੇਸ਼ਨ। ਠੀਕ ਹੈ, ਉਹ ਜਦੋਂ ਆਰਥਿਕ ਵਿਆਖਿਆ ਕਰਦਾ ਸਮਾਜ ਦੀ, ਤਾਂ ਉਹਦੇ ਵਿੱਚ ਕਲਾਸ ਸਟਰਗਲ ਨੂੰ ਦਿਖਾਉਂਦਾ ਹੈਗਾ ਕਿ ਸਮਾਜ ਕਿਵੇਂ ਕਿਵੇਂ ਡਿਵੈਲਪ ਹੋਇਆ ਗਾ। ਇਹਦੇ ਨਾਲ ਰਿਲੇਟਡ ਪਹਿਲਾਂ ਤੁਸੀਂ 2-3 ਥਿਊਰੀਆਂ ਪੜ੍ਹ ਚੁੱਕੇ ਹੋਗੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਗਾ ਡਾਇਲੈਕਟ ਮਟੀਰੀਅਲਿਜ਼ਮ। ਠੀਕ ਹੈ, ਡਾਇਲੈਕਟ ਮਟੀਰੀਅਲਿਜ਼ਮ ਦੇ ਵਿੱਚ ਉਹ ਕੀ ਕਹਿੰਦਾ ਹੁੰਦਾ ਗਾ ਕਿ ਮੈਟਰ ਸਭ ਤੋਂ ਉੱਤੇ ਹੈਗਾ। ਜਿੰਨਾ ਓਨਰਸ ਕੋਲੇ, ਠੀਕ ਹੈ, ਜਿਨ੍ਹਾਂ ਦੇ ਕੋਲੇ ਪ੍ਰੋਡਕਸ਼ਨ ਦੇ ਸਾਧਨ ਹੋਣਗੇ, ਰਿਸੋਰਸਿਸ ਹੋਣਗੇ, ਉਹੀ ਦੁਨੀਆ 'ਤੇ ਰਾਜ ਕਰਨਗੇ, ਨਾ ਕਿ ਉਹ ਕਿ ਜਿਨ੍ਹਾਂ ਦੇ ਆਈਡੀਆਜ਼ ਸੁਪੀਰੀਅਰ ਹੋਣਗੇ। ਠੀਕ ਹੈ, ਇਹੀ ਇਸੇ ਨੂੰ ਡਾਇਲੈਕਟ ਮਟੀਰੀਅਲਿਜ਼ਮ ਕਹਿ ਦਿੰਦੇ ਹੈਗੇ। ਆਰਥਿਕ ਸਾਧਨਾਂ ਦੇ ਨਾਲ ਹੀ ਉਹਨੇ ਸਮਾਜ ਦੀ ਵਿਆਖਿਆ ਕੀਤੀ ਹੈਗੀ ਵੀ ਜਿਹੜੇ ਆਰਥਿਕ ਸਾਧਨਾਂ 'ਤੇ ਪ੍ਰੋਡਕਸ਼ਨ ਆਫ ਰਿਸੋਰਸਿਸ ਆਫ ਪ੍ਰੋਡਕਸ਼ਨ 'ਤੇ ਕਾਬਜ਼ ਹੋਣਗੇ, ਓਨਰ ਹੋਣਗੇ, ਉਹੀ ਰਾਜ ਕਰਨਗੇ। ਤਾਂ ਇਹ ਇਸੇ 'ਤੇ ਹੀ ਆਧਾਰਿਤ ਹੈਗਾ। ਦ ਡਾਕਟਰੀਨ ਆਫ ਕਲਾਸ ਸਟਰਗਲ ਆਫ ਕਾਰਲ ਮਾਰਕਸ ਇਜ਼ ਦ ਰਿਜ਼ਲਟ ਆਫ ਥਿਓਰੀ ਆਫ ਇਕਨੋਮਿਕ ਇੰਟਰਪ੍ਰੀਟੇਸ਼ਨ। ਉਸਨੇ ਸਮਾਜ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ। ਠੀਕ ਹੈ, ਇੱਕ ਟੂ ਕਲਾਸ ਸੋਸਾਇਟੀ ਹੈਜ਼ ਬੀਨ ਡਿਵਾਈਡਡ ਇਨਟੂ 2 ਕਲਾਸਿਸ, ਮਾਸਟਰ ਐਂਡ ਸਲੇਵ। ਠੀਕ ਹੈ, ਮਾਸਟਰ ਮਤਲਬ ਜਿਹੜੇ ਸਾਰਿਆਂ ਦੇ ਸਾਰਿਆਂ ਨੂੰ ਉੱਪਰ ਨੇ, ਜਿਹਨੂੰ ਕੈਪੀਟਲਿਸਟ ਵੀ ਕਹਿ ਦਿੱਤਾ ਜਾਂਦਾ, ਅਪਰ ਕਲਾਸ ਵੀ ਕਹਿ ਸਕਦੇ ਇਹਨੂੰ ਆਪਾਂ, ਅਤੇ ਸਲੇਵ ਮਤਲਬ ਗੁਲਾਮ। ਮਾਸਟਰ ਕਲਾਸ ਨੂੰ ਉਹ ਬੋਰਗੀਜ਼ ਦਾ ਨਾਮ ਦਿੰਦਾ ਗਾ। ਪੰਜਾਬੀ ਦੇ ਵਿੱਚ ਇਹਨੂੰ ਬੁਰਜੂਆ ਕਹਿ ਦਿੰਦੇ ਆਪਾਂ, ਪੰਜਾਬੀ ਦੇ ਵਿੱਚ ਇਸ ਨੂੰ ਬੁਰਜੂਆ ਕਿਹਾ ਜਾਂਦਾ ਗਾ। ਠੀਕ ਹੈ, ਬੁਰਜੂਆ ਸਮਾਜ ਦੀ ਗੱਲ ਕਰਦਾ ਹੈਗਾ। ਅਤੇ ਨਾਲ ਹੀ ਉਹਨੇ ਪ੍ਰੋਲੈਟਰੀਏਟ ਦੀ ਗੱਲ ਕੀਤੀ, ਜਿਹਨੂੰ ਪ੍ਰੋਲਾਤਾਰੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ। ਠੀਕ ਹੈ, ਤਾਂ ਸਮਾਜ ਨੂੰ 2 ਹਿੱਸਿਆਂ ਦੇ ਵਿੱਚ ਵੰਡਦੇ ਨੇ ਕਾਰਲ ਮਾਰਕਸ, ਇੱਕ ਮਾਸਟਰ ਕਲਾਸ, ਇੱਕ ਸਲੇਵ ਕਲਾਸ। ਮਾਸਟਰ ਕਲਾਸ ਜਿਹਨੂੰ ਪੂੰਜੀਪਤੀ ਕੈਪੀਟਲਿਸਟ ਵੀ ਕਿਹਾ ਜਾਂਦਾ ਹੈ, ਜਿਹਨੂੰ ਬੋਰਗੀਜ਼ ਵੀ ਕਿਹਾ ਜਾਂਦਾ ਹੈ। ਇਹ ਬੋਰਗੀਜ਼ ਅਤੇ ਕੈਪੀਟਲਿਸਟ ਕੌਣ ਨੇਗੇ? ਕੰਟਰੋਲ, ਜਿਨ੍ਹਾਂ ਦਾ ਹੂਜ਼ ਕੰਟਰੋਲ ਓਵਰ ਦਾ ਫੈਕਟਰ ਆਫ ਪ੍ਰੋਡਕਸ਼ਨ, ਜਿਨ੍ਹਾਂ ਦਾ ਪ੍ਰੋਡਕਸ਼ਨ ਦੇ ਫੈਕਟਰਾਂ 'ਤੇ ਕਬਜ਼ਾ ਹੈਗਾ। ਅਤੇ ਪ੍ਰੋਲੈਟਰੀਏਟ ਕਿਹੜੇ ਨੇਗੇ? ਜਿਹੜੇ ਗੁਲਾਮ ਨੇਗੇ। ਬੋਰਗੀਜ਼ ਐਕਸਪਲੋਇਟ ਪ੍ਰੋਲੈਟਰੀਏਟ। ਠੀਕ ਹੈ, ਇਸ ਨੂੰ ਇਸ ਢੰਗ ਨਾਲ ਵੀ ਤੁਸੀਂ ਦਿਖਾ ਸਕਦੇ ਹੋਗੇ, ਕਿਉਂਕਿ ਉਹਨਾਂ ਨੇ ਜਸਟ ਇੱਕ ਇਹ ਦੇਖਣਾ ਹੁੰਦਾ ਕਿ ਬੱਚੇ ਨੂੰ ਸਮਝ ਆਏਗੀ ਇਸ ਚੀਜ਼ ਦੀ। ਠੀਕ ਹੈ, ਤਾਂ ਇਹਨੂੰ ਦਿਖਾ ਸਕਦੇ ਹੋ ਤੁਸੀਂ ਇਸ ਢੰਗ ਨਾਲ ਵੀ। ਜਿਹੜੇ ਅਪਰ ਕਲਾਸ ਵਾਲੇ ਨੇ ਉਹ ਜਿਹੜੇ ਹੇਠਲੀ ਕਲਾਸ ਵਾਲੇ ਨੇ, ਲੋਅਰ ਕਲਾਸ ਵਾਲਿਆਂ ਦਾ ਸ਼ੋਸ਼ਣ ਕਰਦੇ ਰਹਿੰਦੇ ਨੇਗੇ। ਠੀਕ ਹੈ, ਅੱਗੇ ਉਹ ਕਹਿੰਦਾ ਕੈਪੀਟਲਿਸਟ ਐਕਸਪਲੋਇਟ ਦਾ ਲੇਬਰਸ ਬਾਏ ਪੇਇੰਗ ਦੈਮ ਲੈਸ ਵੇਜਸ। ਕਿਵੇਂ ਸ਼ੋਸ਼ਣ ਕਰਦੇ ਨੇਗੇ? ਉਹਨਾਂ ਨੂੰ ਘੱਟ ਪੇ ਕੀਤਾ ਜਾਂਦਾ ਹੈਗਾ। ਕੈਪੀਟਲਿਸਟ ਐਕਸਪਲੋਇਟ ਦਾ ਲੇਬਰਸ ਬਾਏ ਪੇਇੰਗ ਦੈਮ ਲੈਸ ਵੇਜਸ ਐਂਡ ਲੇਬਰ ਟੇਕ ਰਿਸੋਰਸਿਸ, ਅਤੇ ਲੇਬਰ ਇਹਨਾਂ ਰਿਸੋਰਸਿਸ ਨੂੰ ਲੈ ਲੈਂਦੇ ਨੇ ਟੂ ਵਾਇਲੈਂਸ ਅਗੇਂਸਟ ਕੈਪੀਟਲਿਸਟ। ਠੀਕ ਹੈ, ਅਹਿੰਸਾਤਮਕ ਤਰੀਕਾ ਵਰਤਦੇ ਨੇਗੇ ਕਿਹਨਾਂ ਦੇ ਖਿਲਾਫ? ਕੈਪੀਟਲਿਸਟ ਦੇ ਖਿਲਾਫ। ਅਤੇ ਇਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਨੇ। ਟੂ ਫਰੀ ਦੈਮ ਸੈਲਵਸ, ਅਤੇ ਆਪਣੇ ਆਪ ਨੂੰ ਆਜ਼ਾਦ ਕਰਾਉਂਦੇ ਨੇ। ਦ ਕਲਾਸ ਸਟਰਗਲ ਵਿਲ ਐਂਡ ਓਨਲੀ ਇਫ ਦੇਰ ਆਰ ਨੋ ਕੈਪੀਟਲਿਸਟ। ਜੇ ਇੱਥੇ ਪੂੰਜੀਵਾਦੀ ਨਹੀਂ ਹੋਣਗੇ ਤਾਂ ਇੱਥੇ ਕੀ ਹੋਊਗਾ? ਕਲਾਸ ਸਟਰਗਲ ਹੈ ਜਿਹੜਾ ਖਤਮ ਹੋ ਜਾਊਗਾ ਜਦੋਂ ਕੈਪੀਟਲਿਸਟ ਖਤਮ ਹੋ ਜਾਊਗਾ। ਠੀਕ ਹੈ ਬੱਚਿਓ, ਇਹ ਬਹੁਤ ਸੌਖਾ ਤੁਹਾਨੂੰ ਸਮਝਾ ਦਿੱਤਾ ਗਿਆ ਹੈਗਾ। ਉਸ ਤੋਂ ਅੱਗੇ ਗਿਵ ਐਨੀ 4 ਸੁਜੈਸ਼ਨ ਟੂ ਸੋਲਵ ਦਾ ਪ੍ਰੋਬਲਮ ਆਫ ਇੰਡੀਅਨ ਡੈਮੋਕਰੇਸੀ। ਠੀਕ ਹੈ, ਜਿਹੜੀਆਂ ਭਾਰਤੀ ਲੋਕਤੰਤਰ ਨੂੰ ਕੁਛ ਕੁ ਪ੍ਰੋਬਲਮਸ ਆਉਂਦੀਆਂ ਨੇ, ਉਹਨਾਂ ਨੂੰ ਸੋਲਵ ਕਿਵੇਂ ਕੀਤਾ ਜਾ ਸਕਦਾ, ਇਸੇ ਤੋਂ 2 ਕੁਐਸਚਨ ਬਣ ਕੇ ਆ ਸਕਦੇ ਨੇਗੇ। ਮਤਲਬ ਜੇ ਤੁਸੀਂ ਪ੍ਰੋਬਲਮ ਐਕਸਪਲੇਨ ਕਰਨੀਆਂ ਹੋਈਆਂ, ਠੀਕ ਹੈ, ਵੀ ਪ੍ਰੋਬਲਮਸ ਕਿਹੜੀਆਂ ਕਿਹੜੀਆਂ ਨੇਗੀਆਂ, ਤਾਂ ਉਹ ਤੁਸੀਂ ਐਕਸਪਲੇਨ ਇਸੇ ਕੁਐਸਚਨ ਦੇ ਵਿੱਚੋਂ ਕਰ ਸਕਦੇ ਹੋ। ਦੇਖੋ ਪ੍ਰੋਬਲਮ ਕੀ ਹੋਊਗੀ? ਇਲਿਟਰੇਸੀ ਹੋਊਗੀ। ਠੀਕ ਹੈ, ਇਲਿਟਰੇਸੀ ਹੋਊਗੀ, ਮਤਲਬ ਜਿਹਨੂੰ ਅਨਪੜ੍ਹਤਾ ਕਹਿ ਦਿੰਦੇ ਹੈਗੇ ਆਪਾਂ।
ਅਨਪੜ੍ਹਤਾ ਪ੍ਰੋਬਲਮ ਹੈਗੀ ਡੈਮੋਕ੍ਰੇਸੀ ਦੇ, ਪੋਵਰਟੀ ਹੋਊਗੀ, ਜੈਂਡਰ ਇਨਇਕੁਐਲਿਟੀ ਹੋਊਗੀ, ਠੀਕ ਹੈ, ਲੋਅਰ ਮੋਰਲ ਕਰੈਕਟਰ ਹੋਊਗਾ ਸਾਡਾ, ਅਤੇ ਜਿਹੜੀ ਡਿਪੈਂਡੈਂਟ ਜੁਡੀਸ਼ਰੀ ਹੋਊਗੀ ਉਹ ਇਹਦੀ ਕੀ ਹੋਊਗੀ, ਪ੍ਰੋਬਲਮ ਹੋਊਗੀ। ਇਸੇ ਤੋਂ ਉਲਟ ਜੇ ਆਪਾਂ ਇਸ ਚੀਜ਼ ਨੂੰ ਸੁਧਾਰਨਾ ਹੈਗਾ ਤਾਂ ਆਪਾਂ ਕਹਿ ਸਕਦੇ ਹਾਂਗੇ ਵੀ ਯੂਨੀਵਰਸਲ ਲਿਟਰੇਸੀ, ਠੀਕ ਹੈ, ਮਤਲਬ ਅਸੀਂ ਸਾਖਰਤਾ ਵਧਾਉਣੀ ਹੈ, ਅਸੀਂ ਸਾਰੇ ਬੰਦਿਆਂ ਨੂੰ ਜਾਂ ਜਿੰਨੇ ਵੀ ਪੀਪਲਸ ਹੋਣਗੇ ਉਹਨਾਂ ਨੂੰ ਲਿਟਰੇਟ ਕਰਨਾ ਹੈ, ਪੜ੍ਹਨ ਲਿਖਣ ਵਾਲਾ ਬਣਾਉਣਾ ਗਾ, ਅਨਪੜ੍ਹ ਨਹੀਂ ਰਹਿਣ ਦੇਣਾ। ਅਨਪੜ੍ਹ ਨਾ ਰਹਿਣ ਉਹਦੇ ਲਈ ਕੀ ਕਰਨਾ ਹੈਗਾ, ਅਸੀਂ ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ ਦੇਣੀ ਹੈ। ਅਸੀਂ ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ ਦੀ ਗੱਲ ਕਿੱਥੇ ਕਰ ਰਹੇ ਹਾਂਗੇ, ਸਾਡੇ ਸੰਵਿਧਾਨ ਦੇ ਵਿੱਚ ਆਰਟੀਕਲ 20A ਦੇ ਵਿੱਚ ਕਰ ਰਹੇ ਹਾਂਗੇ, ਠੀਕ ਹੈ। ਇਹ ਤੁਸੀਂ ਐਕਸਟਰਾ ਐਡ ਕਰ ਸਕਦੇ ਹੋ ਇਹਦੇ ਵਿੱਚ। ਉਸ ਤੋਂ ਬਾਅਦ ਰਿਮੂਵਲ ਆਫ ਪਾਵਰਟੀ, ਤੁਸੀਂ ਪਾਵਰਟੀ ਗਰੀਬੀ ਨੂੰ ਹਟਾਉਣਾ ਗਾ ਜੇ ਤੁਸੀਂ ਲੋਕਤੰਤਰ ਨੂੰ, ਕਿਉਂਕਿ ਜੇ ਲੋਕਤੰਤਰ ਨੂੰ ਤੁਸੀਂ ਸਟਰੋਂਗ ਕਰਨਾ ਗਾ ਤਾਂ ਤੁਹਾਨੂੰ ਗਰੀਬੀ ਹਟਾਉਣੀ ਜ਼ਰੂਰੀ ਹੈ। ਕੋਈ ਵੀ ਬੰਦਾ ਜਿਹੜਾ ਗਰੀਬ ਹੈਗਾ ਉਹ ਪੈਸੇ ਪਿੱਛੇ ਆਪਣੀ ਵੋਟ ਵੇਚ ਦੂਗਾ, ਠੀਕ ਹੈ, ਆਪਣੇ ਤੰਗੀ ਕਰਕੇ ਜਿਹੜੇ ਵੀ ਮਤਲਬ ਆਰਥਿਕ ਤੰਗੀ ਹੁੰਦੀ ਹੈ ਉਹਦੇ ਕਰਕੇ ਲੋਕਤੰਤਰ ਨੂੰ ਉਹ ਮਜ਼ਬੂਤ ਨਹੀਂ ਬਣਾ ਸਕੂਗਾ। ਤਾਂ ਇਹਦੇ ਲਈ ਅਸੀਂ ਕੀ ਕੀਤਾ ਗਾ, ਮਨਰੇਗਾ, ਠੀਕ ਹੈ, ਲੈ ਕੇ ਆਏ ਆਂਗੇ ਜਿਹਦੇ ਵਿੱਚ 100 ਦਿਨਾਂ ਦਾ ਰੁਜ਼ਗਾਰ ਹੁੰਦਾ ਗਾ। ਉਸ ਤੋਂ ਬਾਅਦ ਪ੍ਰੋਵਾਈਡਿੰਗ ਹਾਊਸ ਫॉर ਰੂਰਲ ਪੀਪਲ, ਠੀਕ ਹੈ, ਗਰੀਬਾਂ ਨੂੰ ਘਰ ਦੇਣੇ ਅਸੀਂ ਸ਼ੁਰੂ ਕੀਤੇ ਨੇ। ਇਸ ਢੰਗ ਨਾਲ ਅਸੀਂ ਹੋਰ ਕਈ ਸਕੀਮਾਂ ਲੈ ਕੇ ਆ ਰਹੇ ਹਾਂਗੇ ਡੈਮੋਕ੍ਰੇਸੀ ਨੂੰ ਹੋਰ ਸਟਰੋਂਗ ਕਰਨ ਦੇ ਲਈ। ਐਲੀਮੀਨੇਟ ਆਫ ਜੈਂਡਰ ਇਕੁਐਲਿਟੀ, ਠੀਕ ਹੈ, ਅਸੀਂ ਜਿਹੜੀ ਹੈਗੀ ਕਿ ਜੈਂਡਰ ਇਕੁਐਲਿਟੀ ਮਤਲਬ ਕੀ ਹੈਗਾ, ਇਨਇਕੁਐਲਿਟੀ ਹੁੰਦੀ ਹੈਗੀ ਅਸਮਾਨਤਾ, ਇਹਨੂੰ ਕੱਢ ਦੇਣਾ ਹੈਗਾ ਕਿ ਸਾਰੇ ਮਰਦ ਅਤੇ ਔਰਤ ਚਾਹੇ ਉਹ ਕਿਸੇ ਵੀ ਧਰਮ ਜਾਤ ਦੇ ਨਾਲ ਸੰਬੰਧਿਤ ਹੋਣਗੇ ਬਰਾਬਰ ਹੋਣਗੇ, ਠੀਕ ਹੈ, ਅਤੇ ਸਾਰਿਆਂ ਨੂੰ ਇਕੁਅਲ ਪੇ ਕੀਤਾ ਜਾਊਗਾ, ਇਕੁਅਲ ਵਰਕ। ਇਹ ਨਹੀਂ ਹੈਗਾ ਕਿ ਵੂਮੈਨ ਕੋਈ ਕੰਮ ਕਰ ਰਹੀ ਹੈਗੀ ਉਹਨੂੰ ਘੱਟ ਪੇ ਕੀਤਾ ਜਾ ਰਿਹਾ ਹੈਗਾ ਅਤੇ ਜੇ ਬੰਦਾ ਕੰਮ ਕਰ ਰਿਹਾ ਉਹਨੂੰ ਵੱਧ ਵੀ ਪੇ ਕੀਤਾ ਜਾ ਰਿਹਾ ਹੈਗਾ, ਠੀਕ ਹੈ ਜੀ। ਉਸ ਤੋਂ ਅੱਗੇ ਹਾਈ ਮੋਰਲ ਕਰੈਕਟਰ, ਪੀਪਲ ਸ਼ੁੱਡ ਬੀ ਟੌਟ ਦਾ ਲੈਸਨ ਆਫ ਪੈਟਰੀਓਟਿਜ਼ਮ। ਕੀ ਹੈਗਾ, ਦੇਸ਼ ਦੇ ਜੇਕਰ ਅਸੀਂ ਦੇਸ਼ ਭਗਤੀ, ਪੈਟਰੀਓਟਿਜ਼ਮ ਹੁੰਦਾ ਦੇਸ਼ ਭਗਤੀ, ਜੇ ਦੇਸ਼ ਭਗਤੀ ਦੀ ਭਾਵਨਾ ਅਸੀਂ ਵਿਕਸਿਤ ਕਰਾਂਗੇ ਤਾਂ ਇਹਦੇ ਨਾਲ ਸਾਡਾ ਲੋਕਤੰਤਰ ਹੈਗਾ ਜਿਹੜਾ ਹੋਰ ਮਜ਼ਬੂਤ ਹੋਊਗਾ। ਲਾਸਟ ਪੁਆਇੰਟ ਹੈ ਇੰਡੀਪੈਂਡੈਂਟ ਜੁਡੀਸ਼ਰੀ, ਠੀਕ ਹੈ, ਇਹਦੇ ਵਿੱਚ ਹੁੰਦਾ ਗਾ ਕਿ ਲੋਕਪਾਲ ਨੂੰ ਲੈ ਕੇ ਆਉਣਾ, ਠੀਕ ਹੈ, ਅਪੁਆਇੰਟ ਲੋਕਪਾਲ ਐਟ ਸੈਂਟਰ ਲੈਵਲ, ਅਤੇ ਇਹ ਕੌਣ ਸੀਗੇ ਸਾਡੇ ਪਹਿਲੇ ਲੋਕਪਾਲ, ਕੌਣ ਸੀਗੇ, ਪਿਨਾਕੀ ਚੰਦਰ ਘੋਸ਼, ਠੀਕ ਹੈ, ਪਿਨਾਕੀ ਚੰਦਰ ਘੋਸ਼ ਸੀਗੇ ਜਿਹੜੇ ਸਾਡੇ ਪਹਿਲੇ ਲੋਕਪਾਲ ਸੀਗੇ। ਬੇਟਾ ਇਹ 5 ਪੁਆਇੰਟ ਇਹਨੂੰ ਕਿਵੇਂ ਮਰਜ਼ੀ ਐਕਸਪਲੇਨ ਕਰ ਲਿਖੀ ਜਾਓ, ਇਹ ਇਦੋਂ ਵੱਧ ਕੇ ਸੌਖਾ ਤੁਹਾਡੇ ਲਈ ਕੋਈ ਨਹੀਂ ਹੋ ਸਕਦਾ, ਠੀਕ ਹੈ ਬੱਚੇ। ਉਸ ਤੋਂ ਅਗਲਾ ਕੁਐਸਚਨ, ਰਾਸ਼ਟਰੀ ਏਕਤਾ, ਨੈਸ਼ਨਲ ਇੰਟੀਗ੍ਰੇਸ਼ਨ ਦੇ ਵਿੱਚ ਕਿਹੜੀਆਂ ਕਿਹੜੀਆਂ ਦਿੱਕਤਾਂ ਆਉਂਦੀਆਂ ਨੇਗੀਆਂ। ਤਾਂ ਸਭ ਤੋਂ ਪਹਿਲੀ ਰਾਸ਼ਟਰੀ ਏਕਤਾ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਹੈ ਉਹ ਆਉਂਦੀ ਹੈ ਜਾਤ ਪਾਤ, ਠੀਕ ਹੈ। ਜਦੋਂ ਅਸੀਂ ਜਾਤ ਪਾਤ ਦੇ ਆਧਾਰ 'ਤੇ ਇੱਕ ਡਿਵਾਈਡ ਹੋ ਜਾਂਦੇ ਹੈਗੇ, ਠੀਕ ਹੈ। ਕਾਸਟਿਜ਼ਮ ਮਤਲਬ ਜਾਤ ਪਾਤ, ਅੱਪਰ ਮੰਨ ਲੈਂਦਾ ਕੋਈ ਆਪਣੇ ਆਪ ਨੂੰ, ਕੋਈ ਲੋਅਰ ਮੰਨ ਲੈਂਦਾ, ਜਾਂ ਇਨਫੀਰੀਅਰ ਜਾਂ ਸੁਪੀਰੀਅਰ ਦੀ ਗੱਲ ਆ ਜਾਂਦੀ ਹੈਗੀ ਜਿੱਥੇ ਧਰਮ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ ਕੋਈ ਵੀ ਕੀ ਹੈਗਾ, ਅੱਪਰ ਨਹੀਂ ਗਾ, ਕੋਈ ਵੀ ਲੋਅਰ ਨਹੀਂ, ਕੋਈ ਵੀ ਸੁਪੀਰੀਅਰ ਨਹੀਂ, ਕੋਈ ਵੀ ਇਨਫੀਰੀਅਰ ਨਹੀਂ ਹੈਗਾ। ਕਾਸਟ ਦਿੱਕਤ ਬਣਦੀ ਹੈਗੀ, ਵੱਡੀ ਓਬਸਟੈਕਲ ਹੈ, ਹਿੰਡਰੈਂਸ ਹੈਗੀ ਨੈਸ਼ਨਲ ਇੰਟੀਗ੍ਰੇਸ਼ਨ ਦੇ ਵਿੱਚ। ਕਮਿਊਨਲਿਜ਼ਮ ਹੁੰਦਾ ਹੈ ਸੰਪਰਦਾਇਕਤਾਵਾਦ, ਠੀਕ ਹੈ, ਇਹਦਾ ਵੀ ਮੀਨਿੰਗ ਲਿਖ ਲਓ। ਸੰਪਰਦਾਵਾਂ ਬਣ ਜਾਂਦੀਆਂ ਨੇਗੀਆਂ, ਠੀਕ ਹੈ, ਵੱਖ ਫਿਰਕੇ ਬਣ ਜਾਂਦੇ ਨੇਗੇ, ਮੁਸਲਮਾਨਾਂ ਦਾ ਅੱਡ, ਸਿੱਖਾਂ ਦਾ ਅੱਡ। ਤਾਂ ਇਹ ਸੰਪਰਦਾਇਕਤਾ ਜਿਹੜੀ ਇਹ ਵੀ ਨੈਸ਼ਨਲ ਇੰਟੀਗ੍ਰੇਸ਼ਨ ਦੇ ਵਿੱਚ ਦਿੱਕਤ ਬਣਦੀ ਹੈਗੀ। ਨੈਸ਼ਨਲ ਇੰਟੀਗ੍ਰੇਸ਼ਨ ਕੀ ਹੈਗਾ ਰਾਜੇ, ਜਦੋਂ ਸਾਡੀ ਕਾਮਨ ਆਈਡੈਂਟੀਟੀ ਹੋਵੇ, ਠੀਕ ਹੈ, ਕਾਮਨ ਆਈਡੈਂਟੀਟੀ, ਕਾਮਨ ਫਲੈਗ, ਆਈਡੈਂਟੀਟੀ ਹੋਵੇ, ਫਲੈਗ ਹੋਵੇ, ਲੈਂਗੁਏਜ ਹੋਵੇ, ਇਹਨੂੰ ਅਸੀਂ ਨੈਸ਼ਨਲਿਜ਼ਮ ਵੀ ਕਹਿ ਦਿੰਦੇ ਹੈਗੇ, ਨੈਸ਼ਨਲ ਇੰਟੀਗ੍ਰੇਸ਼ਨ ਵੀ ਕਹਿ ਦਿੰਦੇ ਹੈਗੇ, ਠੀਕ ਹੈ। ਇਹੀ ਚੀਜ਼ਾਂ ਜਦੋਂ ਅਸੀਂ ਸਾਰਿਆਂ ਨੂੰ ਇੱਕ ਲੈ ਕੇ ਚੱਲਦੇ ਹਾਂ, ਠੀਕ ਹੈ। ਲਿੰਗੁਇਜ਼ਮ, ਵੱਖ ਭਾਸ਼ਾਵਾਂ ਹੁੰਦੀਆਂ ਨੇਗੀਆਂ ਸਾਡੀਆਂ, ਡਿਫਰੈਂਟ ਲੈਂਗੁਏਜਸ ਨੇ। ਸਾਡੀ ਇੰਡੀਆ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ, ਸਾਡੇ ਸੰਵਿਧਾਨ ਦੇ ਵਿੱਚ 8ਵੀਂ ਅਨੁਸੂਚੀ ਦੇ ਵਿੱਚ ਇਹਦੀ ਗੱਲ ਕੀਤੀ ਗਈ ਹੈ, ਤੁਸੀਂ ਇਹ ਦੱਸ ਵੀ ਸਕਦੇ ਹੋਗੇ, ਠੀਕ ਹੈ। 8th ਜਿਹੜਾ ਸ਼ਡਿਊਲ ਹੈਗਾ ਉਹਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈਗੀ। ਉਸ ਤੋਂ ਬਾਅਦ ਰੀਜਨਲਿਜ਼ਮ, ਖੇਤਰਵਾਦ ਆ ਜਾਂਦਾ ਹੈਗਾ, ਹਰੇਕ ਬੰਦਾ ਆਪਣੇ ਖਿੱਤੇ ਬਾਰੇ ਸੋਚਦਾ ਹੈਗਾ, ਆਪਣੇ ਰੀਜਨ ਬਾਰੇ ਸੋਚਦਾ ਹੈਗਾ, ਆਪਣੇ ਰੀਜਨ ਦੀਆਂ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਹੁੰਦੀਆਂ ਨੇ ਉਹਨਾਂ ਨੂੰ ਪਹਿਲ ਦਿੰਦਾ ਹੈਗਾ, ਪ੍ਰਾਇਓਰਟੀ ਦਿੰਦਾ ਹੈਗਾ, ਠੀਕ ਹੈ। ਤਾਂ ਜਦੋਂ ਅਸੀਂ ਆਪਣੇ ਖਿੱਤੇ ਦੀ
ਨੂੰ ਹੀ ਪ੍ਰਾਇਓਰਟੀ ਦਿੰਦੇ ਹੈਗੇ, ਬਾਕੀ ਖਿੱਤਿਆਂ ਬਾਰੇ ਨਹੀਂ ਸੋਚਦੇ, ਠੀਕ ਹੈ। ਤਾਂ ਇਹਦੇ ਨਾਲ ਨੈਸ਼ਨਲ ਇੰਟੀਗ੍ਰੇਸ਼ਨ ਦੇ ਵਿੱਚ ਇੱਕ ਦਿੱਕਤ ਬਣ ਜਾਂਦੀ ਹੈਗੀ। ਉਸ ਤੋਂ ਬਾਅਦ ਸੈਕਟਰਨਿਜ਼ਮ ਹੋ ਜਾਂਦਾ ਹੈਗਾ, ਫਿਰਕਾ ਪ੍ਰਸਤ, ਠੀਕ ਹੈ, ਫਿਰਕਾਵਾਦ ਕਹਿੰਦੇ ਜਿਹਨੂੰ ਆਪਾਂ। ਇਹ ਵੀ ਦਿੱਕਤ ਬਣ ਜਾਂਦੀ ਹੈਗੀ ਕਿਹਦੇ ਲਈ, ਨੈਸ਼ਨਲ ਇੰਟੀਗ੍ਰੇਸ਼ਨ ਵਾਸਤੇ। ਉਸ ਤੋਂ ਅਗਲਾ, ਵਟ ਇਜ਼ ਦਾ ਇੰਡੀਆਜ਼ ਪੋਲਿਸੀ ਆਫ ਨੋਨ ਅਲਾਈਨਮੈਂਟ, ਗੁੱਟ ਨਿਰਲੇਪਤਾ ਦੀ ਨੀਤੀ ਕੀ ਹੈਗੀ, ਇਹਨੂੰ ਵੀ ਨੋਟ ਕਰ ਲਿਓ। ਨੋਨ ਅਲਾਈਨਮੈਂਟ ਇਜ਼ ਦਾ ਮੇਨ ਪ੍ਰਿੰਸੀਪਲ ਆਫ ਇੰਡੀਆਜ਼ ਫੋਰਨ ਪੋਲਿਸੀ। ਕੀ ਹੈਗਾ, ਸਾਡਾ ਮੁੱਖ ਸਿਧਾਂਤ ਹੈਗਾ ਨੋਨ ਅਲਾਈਨਮੈਂਟ, ਮਤਲਬ ਗੁੱਟ ਨਿਰਲੇਪ, ਗੁੱਟ ਨਿਰਲੇਪ, ਠੀਕ ਹੈ। ਸਾਡੀ ਵਿਦੇਸ਼ ਨੀਤੀ ਦਾ ਇਹ ਮੁੱਖ ਸਿਧਾਂਤ ਹੈਗਾ। ਇਹ ਹੋਇਆ ਕਿੱਥੇ ਸੀਗਾ, ਕਿਹਨੇ ਲਿਆਂਦਾ ਸੀਗਾ, ਜਵਾਹਰ ਲਾਲ ਨਹਿਰੂ ਸੈਡ, ਕਿਹਾ ਸੀਗਾ ਜਵਾਹਰ ਲਾਲ ਨਹਿਰੂ ਨੇ, ਆਵਰ ਫੋਰਨ ਪੋਲਿਸੀ ਇਜ਼ ਟੂ ਕੀਪ ਆਵਰ ਸੈਲਵ ਸੈਪਰੇਟ ਫਰੋਮ ਦਾ ਫੈਕਸ਼ਨ ਆਫ ਗ੍ਰੇਟ ਪਾਵਰਸ ਟੂ ਮੇਨਟੇਨ ਫਰੈਂਡਲੀ ਰਿਲੇਸ਼ਨ ਵਿਦ ਈਚ। ਅਸੀਂ ਆਪਣੇ ਆਪ ਨੂੰ ਗ੍ਰੇਟ ਪਾਵਰਸ ਤੋਂ ਸੈਪਰੇਟ ਰੱਖਿਆ, ਵੱਖ ਰੱਖਿਆ ਹੈਗਾ। ਕਾਹਦੇ ਵਾਸਤੇ, ਤਾਂ ਕਿ ਅਸੀਂ ਹਰੇਕ ਦੇਸ਼ ਦੇ ਨਾਲ, ਹਰੇਕ ਨੇਸ਼ਨ ਦੇ ਨਾਲ ਫਰੈਂਡਲੀ ਰਿਲੇਸ਼ਨ ਬਣਾ ਕੇ ਰੱਖੀਏ। ਮੈਂ ਤੁਹਾਨੂੰ ਕਲਾਸ ਦੇ ਵਿੱਚ ਦੱਸਿਆ ਸੀ ਕਿ ਦੁਨੀਆ 2 ਬਲਾਕਸ ਦੇ ਵਿੱਚ ਵੰਡੀ ਹੋਈ ਸੀਗੀ। ਇੱਕ ਸੀਗਾ USA, ਠੀਕ ਹੈ, ਇੱਕ ਸੀਗਾ ਰਸ਼ੀਆ। ਰਸ਼ੀਅਨ ਬਲਾਕਸ ਦੇ ਵਿੱਚ ਕੁਝ ਦੇਸ਼ ਆਉਂਦੇ ਸੀਗੇ ਅਤੇ US ਬਲਾਕ ਦੇ ਵਿੱਚ ਵੀ ਬਹੁਤ ਸਾਰੇ ਦੇਸ਼ ਆਉਂਦੇ ਸੀਗੇ। ਤਾਂ ਅਸੀਂ ਇਹਨਾਂ ਦੇ ਵਿੱਚੋਂ ਇੰਡੀਆ ਨੇ ਕੀ ਕੀਤਾ, ਦੋਨਾਂ ਦੇ ਵਿੱਚ ਹੀ ਸ਼ਾਮਲ ਹੋਣ ਤੋਂ ਮਨਾ ਕਰਤਾ ਸੀ, ਠੀਕ ਹੈ। ਕਿਉਂਕਿ ਸਾਡੇ ਜਿਹੜੇ ਰਸ਼ੀਆ ਦੇ ਨਾਲ ਦੇਸ਼ ਖੜ੍ਹੇ ਸੀ ਉਹਨਾਂ ਨਾਲ ਵੀ ਚੰਗੇ ਰਿਲੇਸ਼ਨ ਸੀ, ਜਿਹੜੇ USA ਦੇ ਨਾਲ ਸੀ ਉਹਨਾਂ ਨਾਲ ਵੀ ਚੰਗੇ ਰਿਲੇਸ਼ਨ ਸੀ। ਜੇ ਅਸੀਂ ਰਸ਼ੀਆ ਵਾਲੇ ਗਰੁੱਪ 'ਚ ਜਾ ਵੜਦੇ ਤਾਂ ਸਾਡੇ USA ਦੇ ਗਰੁੱਪ ਵਾਲਿਆਂ ਨਾਲ ਵਿਗੜ ਜਾਣੀ ਸੀ ਅਤੇ ਸਾਡੀ ਡਿਵੈਲਪਮੈਂਟ ਹੋਣੀ ਨਹੀਂ ਸੀ। ਅਸੀਂ ਉਹ ਕੰਡੀਸ਼ਨ ਦੇ ਵਿੱਚ ਹੈ ਨਹੀਂ ਸੀਗੇ ਕਿ ਅਸੀਂ ਕਿਸੇ ਇੱਕ ਦੇਸ਼ ਦੇ ਨਾਲ ਜਿਹੜਾ ਹੈਗਾ ਫਰੈਂਡਲੀ ਰਿਲੇਸ਼ਨ ਜਾਂ ਇੱਕ ਬਲਾਕ ਦੇ ਵਿੱਚ ਅਸੀਂ ਆਪਣੇ ਆਪ ਨੂੰ ਇਨਵੋਲਵ ਕਰ ਲਈਏ, ਠੀਕ ਹੈ ਬੱਚੇ। ਤਾਂ ਅਸੀਂ ਫਰੈਂਡਲੀ ਰਿਲੇਸ਼ਨ ਰੱਖਣੇ ਸੀ ਈਚ ਦੇਸ਼ ਦੇ ਨਾਲ, ਠੀਕ ਹੈ। ਟੂ ਕੀ ਹੈ, ਦੁਬਾਰੇ ਪੜ੍ਹ ਲਓ ਇਸ ਚੀਜ਼ ਨੂੰ, ਕੀ ਹੈ, ਆਵਰ ਫੋਰਨ ਪੋਲਿਸੀ ਇਜ਼ ਟੂ ਕੀਪ ਆਵਰ ਸੈਲਵ ਸੈਪਰੇਟ। ਅਸੀਂ ਕੀ ਹੈ, ਆਪਣੇ ਆਪ ਨੂੰ ਸੈਪਰੇਟ ਰੱਖਿਆ ਕਿਤੋਂ, ਗ੍ਰੇਟ ਪਾਵਰਸ ਤੋਂ, ਟੂ ਮੇਨਟੇਨ ਫਰੈਂਡ ਰਿਲੇਸ਼ਨ ਵਿਦ ਈਚ, ਠੀਕ ਹੈ, ਤਾਂ ਕਿ ਸਾਡਾ ਹਰੇਕ ਦੇ ਨਾਲ ਫਰੈਂਡ ਰਿਲੇਸ਼ਨ ਰਹੇ। ਵੀ ਵਿਲ ਨਾਟ ਐਂਟਰ ਇਨਟੂ ਐਨੀ ਮਿਲਟਰੀ ਔਰ ਅਦਰ ਐਗਰੀਮੈਂਟ। ਅਸੀਂ ਨਾ ਤਾਂ ਕਿਸੇ ਮਿਲਟਰੀ ਐਗਰੀਮੈਂਟ ਨੂੰ ਸਾਈਨ ਕੀਤਾ, ਨਾ ਹੀ ਕੋਈ ਹੋਰ ਐਗਰੀਮੈਂਟ ਸਾਈਨ ਕੀਤਾ ਵਿਚ ਵੁੱਡ ਡਰੈਗ ਅਸ ਟੂ ਇਨਟੂ ਕਨਫਲਿਕਟ, ਜਿਹੜਾ ਕਿ ਸਾਨੂੰ ਕਿਸੇ ਵਾਦ ਵਿਵਾਦ ਦੇ ਵਿੱਚ ਧੱਕ ਦੇਵੇ। ਤਾਂ ਇਹਦੇ ਫੀਚਰਸ ਕੀ ਨੇਗੇ ਉਹ ਵੀ ਦੇਖ ਲਓ। ਇਹਦੇ ਫੀਚਰਸ ਬਹੁਤ ਸੌਖੇ ਨੇਗੇ। ਨੋਨ ਇਨਵੋਲਵਮੈਂਟ ਇਨ ਇੰਟਰਨੈਸ਼ਨਲ ਡਿਸਪਿਊਟਸ। ਅਸੀਂ ਮੰਨ ਲਓ ਚਾਹੇ ਉਹ ਯੂਕਰੇਨ ਦੀ ਲੜਾਈ ਲੱਗ ਰਹੀ ਹੈ, ਚਾਹੇ ਰਸ਼ੀਆ ਦੀ ਲੜਾਈ ਲੱਗ ਰਹੀ ਹੈ, ਅਸੀਂ ਕਿਸੇ ਵੀ ਡਿਸਪਿਊਟ ਦੇ ਵਿੱਚ ਇਨਵੋਲਵ ਨਹੀਂ ਕਰਾਂਗੇ, ਠੀਕ ਹੈ, ਅਲੱਗ ਰੱਖਾਂਗੇ। ਅਸੀਂ ਮਿਲਟਰੀ ਪੈਕਟ ਦੇ ਵਿੱਚੋਂ ਜਿਹੜੇ ਸੈਨਿਕ ਸੰਧੀਆਂ ਹੁੰਦੀਆਂ ਨੇਗੀਆਂ ਉਹਨਾਂ ਤੋਂ ਵੱਖ ਰੱਖਾਂਗੇ ਆਪਣੇ ਆਪ ਨੂੰ। ਨੋਟ ਜੁਆਇਨ ਐਨੀ ਪਾਵਰ ਬਲੋਕ, ਰਸ਼ੀਅਨ ਬਲੋਕ ਅਤੇ USA ਦੇ ਬਲੋਕ ਨੂੰ ਅਸੀਂ ਜੁਆਇਨ ਨਹੀਂ ਕਰਾਂਗੇ। ਅਸੀਂ ਸ਼ਾਂਤੀ ਸਥਾਪਿਤ ਕਰਾਂਗੇ, ਠੀਕ ਹੈ। ਪਲੇਇੰਗ ਐਨ ਐਕਟਿਵ ਰੋਲ ਇਨ ਸੋਲਵਿੰਗ ਵਰਲਡ ਪ੍ਰੋਬਲਮਸ। ਹਾਂ, ਅਸੀਂ ਆਪਣੀ ਭੂਮਿਕਾ ਨਿਭਾਵਾਂਗੇ ਜਿੱਥੇ ਵੀ ਕੋਈ ਜਿਹੜਾ ਹੈਗਾ ਸਮਾਜ ਦੇ ਲਈ ਖਤਰਾ ਬਣ ਰਹੀ ਹੈ ਕੋਈ ਚੀਜ਼, ਉੱਥੇ ਅਸੀਂ ਆਵਾਜ਼ ਜ਼ਰੂਰ ਚੁੱਕਾਂਗੇ, ਪਰ ਕਿਸੇ ਦੇ ਪੱਖ ਜਾਂ ਵਿਰੋਧ ਦੇ ਵਿੱਚ ਗੱਲ ਨਹੀਂ ਕਰਾਂਗੇ, ਬਸ ਅਸੀਂ ਆਵਾਜ਼ ਚੁੱਕਾਂਗੇ, ਠੀਕ ਹੈ ਜੀ, ਤਾਂ ਕਿ ਸਾਡੇ ਰਿਲੇਸ਼ਨ ਉਹਨਾਂ ਨਾਲ ਵਿਗੜਨ ਨਾ। ਹਾਂਜੀ, ਨੈਕਸਟ ਕੁਐਸਚਨ ਹੈਗਾ, ਵਟ ਇਜ਼ ਫੋਰਨ ਪੋਲਿਸੀ। ਫੋਰਨ ਪੋਲਿਸੀ ਕੀ ਹੁੰਦੀ ਹੈ, ਵਿਦੇਸ਼ ਨੀਤੀ ਕੀ ਹੁੰਦੀ ਹੈ। ਫੋਰਨ ਪੋਲਿਸੀ ਇਜ਼ ਅ ਸੈਟ ਆਫ ਪ੍ਰਿੰਸੀਪਲਸ ਐਂਡ ਪ੍ਰੈਕਟਿਸਿਸ ਬਾਏ ਵਿਚ ਅ ਸਟੇਟ ਰਿਲੇਸ਼ਨਸ਼ਿਪ ਵਿਦ ਅਨਦਰ ਸਟੇਟ ਇਜ਼ ਰੈਗੂਲੇਟਡ, ਠੀਕ ਹੈ। ਰੁਥਨਾ ਸਵਾਮੀ ਨੇ ਕਿਹਾ ਸੀਗਾ, ਜਿਹਦੇ ਰਾਹੀਂ, ਵੈਰੀ ਵੈਰੀ ਇੰਪੋਰਟੈਂਟ ਹੈ ਬੇਟਾ, ਇਹ ਆਊਗਾ ਵੀ, ਠੀਕ ਹੈ, ਵੈਰੀ ਇੰਪੋਰਟੈਂਟ ਹੈਗਾ। ਰੁਥਨਾ ਸਵਾਮੀ ਨੇ ਕਿਹਾ ਸੀਗਾ ਇਹ ਕਿ ਜਦੋਂ ਕੋਈ ਸਟੇਟ ਹੈ ਜਿਹੜੀ, ਉਹ ਪ੍ਰਿੰਸੀਪਲਸ ਜਿਹਦੇ ਨਾਲ ਸਾਡੀ ਸਟੇਟ ਦੇ ਦੂਜੀ ਸਟੇਟ ਦੇ ਨਾਲ ਰਿਲੇਸ਼ਨ ਨੇ ਜਿਹੜੇ ਰੈਗੂਲੇਟ ਹੁੰਦੇ ਨੇਗੇ, ਠੀਕ ਹੈ, ਬਣੇ ਰਹਿੰਦੇ ਨੇਗੇ, ਉਸ ਨੂੰ ਅਸੀਂ ਫੋਰਨ ਪੋਲਿਸੀ ਕਹਿ ਦਿੰਦੇ ਹੈਗੇ। ਬਾਏ ਇਟ ਸਟੇਟ ਪ੍ਰੋਟੈਕਟ ਇਟਸ ਨੈਸ਼ਨਲ ਇੰਟਰਸਟਸ ਐਂਡ ਦੇਅਰ ਡਿਵੈਲਪਮੈਂਟ, ਠੀਕ ਹੈ, ਆਪਣੀ ਸੁਰੱਖਿਆ ਨੂੰ ਅਤੇ ਆਪਣੇ ਇੰਟਰਸਟਸ ਨੂੰ, ਕੀ ਹੈ, ਆਪਣੇ ਹਿੱਤਾਂ ਨੂੰ ਉਹ ਪ੍ਰੋਟੈਕਟ ਕਰਦੀ ਹੈਗੀ, ਕੋਈ ਵੀ ਕੰਟਰੀ ਹੈ ਜਾਂ ਕੋਈ ਵੀ ਸਟੇਟ ਹੈਗੀ, ਠੀਕ ਹੈ ਬੱਚੇ। ਇਹਨੂੰ ਅਸੀਂ ਫੋਰਨ ਪੋਲਿਸੀ ਕਹਿ ਦਿੰਦੇ ਹੈਗੇ। ਉਸ ਤੋਂ ਅੱਗੇ ਆ ਜਾਂਦਾ ਹੈਗਾ, ਐਕਸਪਲੇਨ ਦਾ ਰੋਲ ਆਫ ਓਪੋਜੀਸ਼ਨ ਪਾਰਟੀ ਇਨ ਡੈਮੋਕ੍ਰੇਸੀ। ਵਿਰੋਧੀ ਦਲ ਦੀ ਕੀ ਭੂਮਿਕਾ ਹੁੰਦੀ ਹੈਗੀ। ਦਾ ਪਾਰਟੀਜ਼ ਵਿਚ ਡੂ ਨਾਟ ਗੈਟ ਮੈਜੋਰਟੀ ਸੀਟਸ, ਜਿਨ੍ਹਾਂ ਨੂੰ ਬਹੁਮਤ ਨਹੀਂ ਮਿਲਦਾ, ਆਰ ਕਾਲਡ ਓਪੋਜੀਸ਼ਨ ਪਾਰਟੀ। ਜਿਨ੍ਹਾਂ ਪਾਰਟੀਆਂ ਨੂੰ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਬਹੁਮਤ ਨਹੀਂ ਮਿਲਦਾ, ਉਹ ਵਿਰੋਧੀ ਪਾਰਟੀਆਂ ਹੁੰਦੀਆਂ ਨੇਗੀਆਂ। ਓਪੋਜੀਸ਼ਨ ਪਾਰਟੀ ਕ੍ਰਿਟੀਸਾਈਜ਼ਸ ਦਾ ਪੋਲਿਸੀਜ਼ ਆਫ ਰੂਲਿੰਗ ਗਵਰਨਮੈਂਟ। ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਨੇਗੀਆਂ, ਓਪੋਜੀਸ਼ਨ ਪਾਰਟੀ ਹੁੰਦੀ ਹੈਗੀ, ਉਹ ਰੂਲਿੰਗ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ
ਕ੍ਰਿਟੀਸਾਈਜ਼ ਕਰਦੀ ਹੁੰਦੀ ਹੈ, ਆਲੋਚਨਾ ਕਰਦੀ ਹੁੰਦੀ ਹੈਗੀ। ਠੀਕ ਹੈ ਜੀ, ਮਤਲਬ ਉਹਦੇ ਪੱਖ ਅਤੇ ਵਿਪੱਖ ਦੇ ਵਿੱਚ ਦਲੀਲਾਂ ਦੱਸਦੀ ਹੁੰਦੀ ਹੈ ਵੀ ਹਾਂ ਇਹਦੇ ਕੀ ਨੁਕਸਾਨ ਨੇ ਅਤੇ ਕੀ ਇਹਦੇ ਮੈਰਿਟਸ ਨੇ, ਕੀ ਡੀਮੈਰਿਟਸ ਨੇਗੀਆਂ ਇਹਦੀਆਂ। ਦ ਓਪੋਜੀਸ਼ਨ ਪਾਰਟੀ ਹੈਵ ਦਾ ਰਾਈਟ ਟੂ ਚੈੱਕ ਦਾ ਐਕਸਪੈਂਡੀਚਰ ਆਫ ਦਾ ਗੌਰਮੈਂਟ ਆਲਸੋ। ਓਪੋਜੀਸ਼ਨ ਪਾਰਟੀ ਜਿਹੜੀ ਰੂਲਿੰਗ ਪਾਰਟੀ ਦੇ ਜਿਹੜੇ ਐਕਸਪੈਂਡੀਚਰ ਨੇ ਉਹਨਾਂ ਦੇ ਖਿਲਾਫ ਵੀ, ਜਿਵੇਂ ਹੁਣ ਚੱਲ ਪੈਂਦਾ ਭਗਵੰਤ ਮਾਨ ਸਰਕਾਰ ਨੇ ਦੇਖੋ ਪੋਸਟਰਾਂ 'ਤੇ ਇਸ਼ਤਿਹਾਰਾਂ 'ਤੇ ਖਰਚਾ ਕਰਤਾ ਜੀ। ਠੀਕ ਹੈ, ਇਹ ਤਾਂ ਜੀ ਬਾਹਰ ਹੈਲੀਕਾਪਟਰਾਂ 'ਤੇ ਘੁੰਮਦੇ ਨੇ ਜੀ। ਇਸ ਢੰਗ ਦੀਆਂ ਗੱਲਾਂ ਜਿਹੜੀਆਂ ਕਰਦੇ ਨੇ ਓਪੋਜੀਸ਼ਨ ਪਾਰਟੀ ਵਾਲੇ ਕਰਦੇ ਨੇ ਕਿ ਦੇਖੋ ਪੰਜਾਬ ਦੇ ਖਜ਼ਾਨੇ ਨੂੰ ਕਿਵੇਂ ਲੁਟਾਇਆ ਜਾ ਰਿਹਾ। ਡਿਊਰਿੰਗ ਦਾ ਕੁਐਸਚਨ ਆਵਰ, ਠੀਕ ਹੈ, ਕੁਐਸਚਨ ਆਵਰ ਜਦੋਂ ਹੁੰਦਾ ਹੈਗਾ, ਦਾ ਓਪੋਜੀਸ਼ਨ ਪਾਰਟੀ ਕ੍ਰਿਟੀਸਿਜ਼ਮ ਦਾ ਗਵਰਨਮੈਂਟ ਜਨਰਲੀ। ਠੀਕ ਹੈ, ਕੀ ਹੈਗਾ, ਕ੍ਰਿਟੀਸਾਈਜ਼ ਕਰਦੀਆਂ ਨੇਗੀਆਂ ਗੌਰਮੈਂਟ ਨੂੰ, ਜਿਹੜੀ ਰੂਲਿੰਗ ਗੌਰਮੈਂਟ ਹੁੰਦੀ ਹੈ। ਇਹ 3-4 ਪੁਆਇੰਟ ਤੁਸੀਂ ਲਿਖ ਲਿਓ। ਉਸ ਤੋਂ ਅਗਲਾ ਕੁਐਸਚਨ ਆ ਜਾਂਦਾ ਕਿ ਲੈਜੀਟੀਮੇਟ ਕੋਅਰਸਿਵ ਪਾਵਰ। ਠੀਕ ਹੈ, ਲੈਜੀਟੀਮੇਟ ਕੋਅਰਸਿਵ ਪਾਵਰ ਕੀ ਹੁੰਦੀ ਹੈ? ਜਬਰ ਕਾਨੂੰਨੀ ਸ਼ਕਤੀ, ਜਿਹਨੂੰ ਕਹਿ ਦਿੰਦੇ ਆਪਾਂ ਜਬਰ ਕਾਨੂੰਨੀ ਸ਼ਕਤੀ। ਠੀਕ ਹੈ, ਲੈਜੀਟੀਮੇਟ ਕੋਅਰਸਿਵ ਪਾਵਰ ਕਹਿ ਦਿੰਦੇ ਹਾਂ ਜਿਹਨੂੰ ਆਪਾਂ ਜਬਰ ਕਾਨੂੰਨੀ ਸ਼ਕਤੀ, ਕਾਨੂੰਨੀ ਸ਼ਕਤੀ। ਠੀਕ ਹੈ, ਐਵਰੀ ਪੋਲੀਟੀਕਲ ਸਿਸਟਮ ਹੈਜ਼ ਅ ਕੋਅਰਸਿਵ ਪਾਵਰ ਟੂ ਪ੍ਰੈਸ਼ਰਾਈਜ਼ ਐਂਡ ਇਨਫੋਰਸ ਇਟਸ ਵਿਲ। ਠੀਕ ਹੈ, ਆਪਣੀ ਇੱਛਾ ਨੂੰ ਲਾਗੂ ਕਰਾਉਣਾ ਜ਼ਬਰਦਸਤੀ। ਠੀਕ ਹੈ, ਇਹ ਪਾਵਰ ਹੁੰਦੀ ਹੈ ਕਿਸੇ ਵੀ ਪੋਲੀਟੀਕਲ ਸਿਸਟਮ ਦੀ। ਇਸੇ ਨੂੰ ਪੋਲੀਟੀਕਲ ਕੋਅਰਸਿਵ ਪਾਵਰਸ ਕਹਿ ਦਿੰਦੇ ਆਪਾਂ। ਐਂਡ ਪੋਲੀਟੀਕਲ ਸਿਸਟਮ ਡਿਸਟਿੰਗੁਇਸ਼ ਇਟ ਫਰੋਮ ਸੋਸ਼ਲ ਐਂਡ ਇਕਨੋਮਿਕ ਸਿਸਟਮ। ਇਸੇ ਚੀਜ਼ ਨੂੰ, ਇਹੀ ਚੀਜ਼ ਹੈ ਜਿਹੜੀ ਫਿਜ਼ੀਕਲ ਕੋਅਰਸਿਵ ਪਾਵਰ ਹੈ, ਇਹਨੂੰ ਸਮਾਜਿਕ ਅਤੇ ਆਰਥਿਕ ਜਿਹੜਾ ਪ੍ਰਬੰਧ ਹੈਗਾ ਸਾਡਾ ਉਹ ਤੋਂ ਵੱਖ ਕਰਦੀ ਹੈ। ਮਤਲਬ ਇਹ ਪੋਲੀਟੀਕਲ ਸਾਇੰਸ ਦਾ, ਪੋਲੀਟੀਕਲ ਸਿਸਟਮ ਦਾ ਇੱਕ ਵੱਡਾ ਫੀਚਰ ਹੈਗਾ। ਦਿਸ ਪਾਵਰ ਇਜ਼ ਸੁਪਰੀਮ। ਇਹ ਪਾਵਰ ਸਭ ਤੋਂ ਵੱਧ ਸੁਪਰੀਮ ਹੈਗੀ, ਮਤਲਬ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ। ਦਿਸ ਪਾਵਰ ਇਜ਼ ਕੰਸਿਡਰਡ ਸੁਪਰੀਮ, ਮਤਲਬ ਇਹ ਤੁਸੀਂ ਇਹ ਦੁਬਾਰੇ ਲਿਖੀ ਗਈ ਲਾਈਨ, ਇਹ ਪਾਵਰ ਕੀ ਹੈਗੀ, ਸੁਪਰੀਮ ਮੰਨੀ ਜਾਂਦੀ ਹੈਗੀ। ਨੈਕਸਟ ਬੇਟਾ, ਸਟੇਟ ਐਨੀ 4 ਆਈਡੀਆਜ਼ ਆਫ ਗਾਂਧੀ ਜੀ। ਗਾਂਧੀ ਜੀ ਦੇ 4 ਵਿਚਾਰ ਲਿਖਣੇ ਨੇਗੇ। ਤਾਂ ਗਾਂਧੀ ਜੀ ਦੇ 4 ਵਿਚਾਰਾਂ ਦੇ ਵਿੱਚ ਤੁਸੀਂ ਇੱਕ ਤਾਂ ਲਿਖ ਸਕਦੇ ਹੋ ਕਿ ਗ੍ਰੇਟ ਸਪੋਰਟਰ ਆਫ ਨੋਨ ਵਾਇਲੈਂਸ। ਠੀਕ ਹੈ, ਟਰੁੱਥ ਐਂਡ ਨੋਨ ਵਾਇਲੈਂਸ ਦੇ ਉਹ ਸਪੋਰਟਰ ਰਹੇ ਨੇਗੇ। ਮਹਾਤਮਾ ਗਾਂਧੀ ਅਪੋਜ਼ਡ ਫ੍ਰੀ ਕੰਪੀਟੀਸ਼ਨ ਅਤੇ ਸਪੋਰਟਰ ਆਫ ਟਰਸਟੀਸ਼ਿਪ ਦੇ ਸਪੋਰਟਰ ਰਹੇ ਨੇ। ਫ੍ਰੀ ਕੰਪੀਟੀਸ਼ਨ ਦੀ ਉਹਨਾਂ ਨੇ ਗੱਲ ਕੀਤੀ ਹੈਗੀ। ਅਤੇ ਡਰਟੀ ਮੀਨਸ ਦੇ ਜ਼ਰੀਏ, ਠੀਕ ਹੈ, ਵੀ ਕੈਨ ਨਾਟ ਅਚੀਵ ਗੁੱਡ ਐਂਡਸ। ਠੀਕ ਹੈ, ਵਿਦ ਡਰਟੀ ਐਂਡ ਫੂਲ ਮੀਨਸ ਵੀ ਕੈਨ ਨਾਟ ਅਚੀਵ ਗੁੱਡ ਮੀਨਸ। ਗਾਂਧੀ ਜੀ ਵਾਸ ਅਗੇਂਸਟ ਇੰਪੀਰੀਅਲਿਜ਼ਮ, ਸਾਮਰਾਜਵਾਦ ਦੇ ਉਹ ਖਿਲਾਫ ਸੀਗੇ। ਠੀਕ ਹੈ, ਇਹ 4 ਪੁਆਇੰਟ ਤੁਸੀਂ ਬੇਟਾ ਲਿਖ ਸਕਦੇ ਹੋਗੇ। ਉਸ ਤੋਂ ਅੱਗੇ ਸਾਮਰਾਜਵਾਦ ਕੀ ਹੈ ਇਹ ਵੀ ਸੁਣ ਲਓ। ਸਾਮਰਾਜਵਾਦ ਕੀ ਹੁੰਦਾ ਗਾ, ਜਿਵੇਂ ਅੰਗਰੇਜ਼ ਆਏ ਸੀਗੇ ਸਾਡੇ। ਠੀਕ ਹੈ, ਅੰਗਰੇਜ਼ਾਂ ਨੇ ਪਹਿਲਾਂ ਉਹ ਆਏ ਬੰਗਾਲ ਦੇ ਵਿੱਚ ਆਏ, ਬੰਗਾਲ ਤੋਂ ਹੌਲੀ ਹੌਲੀ ਪੂਰੇ ਭਾਰਤ 'ਤੇ ਕਬਜ਼ਾ ਕਰਦੇ ਗਏ, ਫਿਰ ਅਫਗਾਨਿਸਤਾਨ ਦੇ ਲਵੇ ਲੱਗ ਗਏ, ਪੰਜਾਬ ਨੂੰ ਵੀ ਆਪਣੇ ਵਿੱਚ ਮਿਲਾ ਲਿਆ ਉਹਨਾਂ ਨੇ। ਠੀਕ ਹੈ, ਐਵੇਂ ਮਤਲਬ ਕਿਸੇ ਦੇਸ਼ ਦੇ ਵਿੱਚ ਜਾਣਾ ਅਤੇ ਉੱਥੋਂ ਦੇ ਸਾਧਨਾਂ 'ਤੇ ਕਬਜ਼ਾ ਕਰ ਲੈਣਾ, ਇਸ ਚੀਜ਼ ਦੇ ਖਿਲਾਫ ਸੀਗੇ ਗਾਂਧੀ ਜੀ। ਠੀਕ ਹੈ, ਉਹਦੇ ਬਹੁਤ ਸਾਰੇ ਮਤਲਬ ਘਾਟਾਂ ਹੁੰਦੀਆਂ ਨੇ ਕਿਸੇ ਵੀ ਸਿਸਟਮ ਦੀਆਂ। ਉਸ ਤੋਂ ਅੱਗੇ ਦੇਖ ਲਓ, ਫੰਕਸ਼ਨ ਆਫ ਬਿਊਰੋਕਰੇਸੀ, ਲੋਕ ਜਿਹੜੇ ਅਫਸਰਸ਼ਾਹੀ ਦੇ ਕੰਮ ਕੀ ਹੁੰਦੇ ਨੇਗੇ। ਤਾਂ ਸਭ ਤੋਂ ਪਹਿਲਾਂ ਅਫਸਰਸ਼ਾਹੀ 2 ਸ਼ਬਦਾਂ ਤੋਂ ਮਿਲ ਕੇ ਬਣਿਆ ਬਿਊਰੋ ਅਤੇ ਕ੍ਰੇਸੀ, ਜਿਹਦਾ ਮਤਲਬ ਹੈ ਡੈਸਕ ਪਾਵਰ। ਠੀਕ ਹੈ, ਜਿਹੜੇ ਬੰਦੇ ਡੈਸਕ 'ਤੇ ਬੈਠ ਕੇ ਆਪਣੇ ਰੂਲ ਬਣਾਉਂਦੇ ਨੇ, ਰੂਲਾਂ ਨੂੰ ਲਾਗੂ ਕਰਵਾਉਂਦੇ ਨੇਗੇ, ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹੈਗੇ, ਬਿਊਰੋਕਰੇਸੀ ਕਹਿ ਦਿੰਦੇ ਹੈਗੇ। ਠੀਕ ਹੈ, ਤਾਂ ਇਹਨਾਂ ਦੇ ਫੰਕਸ਼ਨ ਕਿਹੜੇ ਕਿਹੜੇ ਨੇ? ਪੋਲਿਸੀ ਮੇਕਿੰਗ, ਇੰਪਲੀਮੈਂਟੇਸ਼ਨ ਆਫ ਪੋਲਿਸੀ, ਰੂਲ ਮਤਲਬ ਪੋਲਿਸੀਆਂ ਬਣਾਉਣੀਆਂ, ਫਿਰ ਉਹਨਾਂ ਨੂੰ ਲਾਗੂ ਕਰਨਾ, ਅਤੇ ਪ੍ਰਬੰਧ ਚਲਾਉਣਾ, ਰਨਿੰਗ ਐਂਡ ਐਡਮਿਨਿਸਟ੍ਰੇਸ਼ਨ, ਜ਼ਿਲ੍ਹੇ ਦਾ ਪ੍ਰਬੰਧ ਚਲਾਉਂਦੇ ਨੇਗੇ। IAS IPS ਹੁੰਦੇ ਨੇਗੇ ਜਿਹੜੇ। ਕੁਆਸੀ ਲੈਜਿਸਲੇਟਿਵ ਫੰਕਸ਼ਨ ਹੁੰਦੇ ਨੇਗੇ। ਠੀਕ ਹੈ, ਅਤੇ ਮਤਲਬ ਅੱਧੇ ਕਿਵੇਂ, ਜਿਵੇਂ ਕਿ ਸਾਡੇ ਲੈਜਿਸਲੇਟਿਵ ਫੰਕਸ਼ਨ ਸਾਡੇ ਮੰਤਰੀ ਹੁੰਦੇ ਨੇਗੇ, ਉਹ ਕਾਨੂੰਨ ਬਣਾ ਦਿੰਦੇ ਨੇ, ਅਤੇ ਅੱਧੇ ਮਤਲਬ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੂੰ ਲਾਗੂ ਕਰਨ ਦੀ, ਉਹ ਕਿਹਦੇ ਕੋਲੇ ਹੁੰਦੀ ਹੈਗੀ, ਬਿਊਰੋਕਰੇਸੀ ਕੋਲੇ ਹੁੰਦੀ ਹੈ, ਅਫਸਰਾਂ ਕੋਲੇ ਹੁੰਦੀ ਹੈਗੀ। ਇਸ ਨੂੰ ਆਪਾਂ ਕੁਆਸੀ ਲੈਜਿਸਲੇਟਿਵ ਕਹਿ ਦਿੰਦੇ ਹੈਗੇ। ਅੱਗੇ ਦੇਖੋ, ਟਾਈਪਸ ਆਫ ਪੋਲੀਟੀਕਲ ਪਾਰਟੀਜ਼। ਪੋਲੀਟੀਕਲ ਪਾਰਟੀਜ਼ ਦੀਆਂ ਟਾਈਪਸ ਦੇਖਣੀਆਂ ਨੇ। ਕੁਛ ਹੁੰਦੀਆਂ ਨੇ ਰੀਜਨਲ ਪਾਰਟੀਜ਼। ਠੀਕ ਹੈ, ਖੇਤਰੀ ਪਾਰਟੀਆਂ ਕਹਿ ਦਿੰਦੇ ਜਿਹਨੂੰ ਆਪਾਂ। ਅਤੇ ਉਸ ਤੋਂ ਅਲੱਗ ਕੁਛ ਨੈਸ਼ਨਲ ਪਾਰਟੀਜ਼ ਹੁੰਦੀਆਂ ਨੇਗੀਆਂ, ਜਿਹੜੀਆਂ 7 ਦੇ ਕਰੀਬ ਆਪਣੇ ਕੋਲ ਨੈਸ਼ਨਲ ਪਾਰਟੀਜ਼ ਨੇ, 59 ਦੇ ਕਰੀਬ ਆਪਣੇ ਕੋਲ ਰੀਜਨਲ ਪਾਰਟੀਜ਼ ਨੇ। ਰੀਜਨਲ ਪਾਰਟੀਜ਼ ਦੀਆਂ ਐਗਜ਼ਾਮਪਲਾਂ ਅਕਾਲੀ ਦਲ, DMK, ਨੈਸ਼ਨਲ ਪਾਰਟੀ BJP ਅਤੇ ਕਾਂਗਰਸ ਹੋ ਚੁੱਕੀਆਂ ਨੇ। ਠੀਕ ਹੈ ਜੀ। ਉਸ ਤੋਂ ਅੱਗੇ ਹੈ ਬੇਟਾ ਪ੍ਰੋਬਲਮਸ ਆਫ ਇੰਡੀਅਨ ਡੈਮੋਕਰੇਸੀ, ਆਪਾਂ ਪਹਿਲਾਂ ਕਰ ਚੁੱਕੇ ਹਾਂਗੇ। ਡਿਸਕ੍ਰਾਈਬ ਦਾ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਦਾ ਯੂਨਾਈਟਿਡ ਸਟੇਟਸ ਆਫ ਅਮੈਰੀਕਾ। ਅਮਰੀਕਾ ਅਤੇ ਭਾਰਤ ਦੇ ਕਿਹੋ ਜਿਹੇ ਰਿਲੇਸ਼ਨ ਹੈਗੇ। ਇੰਡੀਆ ਇਜ਼ ਦਾ ਓਰੀਜਨਲ ਮੈਂਬਰ ਆਫ ਯੂਨਾਈਟਿਡ ਨੇਸ਼ਨ।
ਜਿਹੜਾ ਹੈਗਾ ਮੁੱਢਲੇ 51 ਮੈਂਬਰ ਸੀਗੇ ਜਦੋਂ ਯੂਨਾਈਟਿਡ ਨੇਸ਼ਨ 1945 ਦੇ ਵਿੱਚ ਬਣ ਰਿਹਾ ਸੀਗਾ, ਪਹਿਲੇ 51 ਮੈਂਬਰ ਸੀ ਜਿਹਨੇ ਇਹਨੂੰ ਬਣਾਉਣ ਦੇ ਵਿੱਚ ਹੈਲਪ ਕੀਤੀ ਸੀਗੀ, ਤਾਂ ਇਹ ਓਰੀਜਨਲ ਮੈਂਬਰ ਹੈਗਾ ਭਾਰਤ ਹੈ ਜਿਹੜਾ ਯੂਨਾਈਟਿਡ ਨੇਸ਼ਨ ਦਾ। ਮੈਨੀ ਇੰਡੀਅਨਸ ਵਰਕਡ ਐਜ਼ ਆਫਿਸਰਸ ਇਨ ਯੂਨਾਈਟਿਡ ਨੇਸ਼ਨ ਲਾਈਕ ਵਿਜੇ ਲਕਸ਼ਮੀ ਪੰਡਿਤ, ਠੀਕ ਹੈ। ਵਿਜੇ ਲਕਸ਼ਮੀ ਪੰਡਿਤ ਹੈ ਜਿਹੜੇ ਉਹ ਵੱਡੇ ਅਹੁਦੇ 'ਤੇ ਰਹੇ ਨੇਗੇ, ਪਹਿਲੀ ਵੂਮੈਨ ਸੀਗੀ ਜਿਹੜੀ ਯੂਨਾਈਟਿਡ ਨੇਸ਼ਨ ਦੇ ਵਿੱਚ ਵੱਡੇ ਅਹੁਦੇ 'ਤੇ ਰਹੇ ਨੇਗੇ। ਤਾਂ ਥਰਡ ਪੁਆਇੰਟ ਹੈਗਾ ਇੰਡੀਅਨ ਫੋਰਸਸ ਕੰਟਰੀਬਿਊਟ ਟੂ ਯੂਨਾਈਟਿਡ ਨੇਸ਼ਨ ਪੀਸ ਕੀਪਿੰਗ ਫੋਰਸਸ, ਮਤਲਬ ਸ਼ਾਂਤੀ ਬਣਾਈ ਰੱਖਣ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਨਾਲ ਹਮੇਸ਼ਾ ਸਹਿਯੋਗ ਕਰਦੀ ਹੈਗੀ ਸਾਡੀ ਆਰਮੀ ਹੈ ਜਿਹੜੀ। ਇੰਡੀਆ ਹੈਜ਼ ਆਲਵੇਜ਼ ਅਪੋਜ਼ਡ ਰੇਸ਼ੀਅਲ ਡਿਸਕ੍ਰਿਮੀਨੇਸ਼ਨ, ਜਿਹੜੇ ਮਤਲਬ ਕਹਿ ਦਈਏ ਜਾਤ ਦੇ ਨਾਲ ਜੁੜੇ ਹੋਏ ਭੇਦਭਾਵ ਨੇਗੇ ਉਹਨਾਂ ਤੋਂ ਅਸੀਂ ਹਮੇਸ਼ਾ ਕੀ ਕਰਦੇ ਹੈਗੇ, ਜਾਂ ਨਸਲਵਾਦ ਦੇ ਨਾਲ ਜੁੜੇ ਹੋਏ ਅਸੀਂ ਭੇਦਭਾਵ ਨਹੀਂ ਕਰਦੇ। ਇੰਡੀਆ ਹੈਜ਼ ਆਲਵੇਜ਼ ਸਪੋਰਟਡ ਦਾ ਯੂਨਾਈਟਿਡ ਨੇਸ਼ਨ ਟੂ ਐਂਡ ਇਟ, ਯੂਨਾਈਟਿਡ ਨੇਸ਼ਨ ਚਾਹੁੰਦਾ ਹੈਗਾ ਕਿ ਨਸਲਵਾਦ ਨੂੰ ਖਤਮ ਕੀਤਾ ਜਾਵੇ, ਠੀਕ ਹੈ। ਜਿਹੜੇ ਨਸਲੀ ਟਿੱਪਣੀਆਂ ਹੁੰਦੀਆਂ ਨੇਗੀਆਂ ਉਹਨਾਂ ਦਾ ਵਿਰੋਧ ਕਰਦੇ ਹੈਗੇ ਅਸੀਂ, ਠੀਕ ਹੈ। ਨਸਲ ਦੇ ਤੌਰ 'ਤੇ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਨਾਲ। ਉਸ ਤੋਂ ਬਾਅਦ ਲਾਸਟ ਕੁਐਸਚਨ, ਸੈਕਿੰਡ ਲਾਸਟ ਕੁਐਸਚਨ ਆਉਂਦਾ ਹੈਗਾ ਗਲੋਬਲਾਈਜੇਸ਼ਨ ਕੀ ਹੁੰਦੀ ਹੈਗੀ। ਗਲੋਬਲਾਈਜੇਸ਼ਨ ਮੀਨਜ਼ ਟਰਨ ਦਾ ਹੋਲ ਵਰਲਡ ਇਨਟੂ ਅ ਵਿਲੇਜ, ਪੂਰੇ ਸੰਸਾਰ ਨੂੰ ਇੱਕ ਪਿੰਡ ਦੇ ਵਿੱਚ ਬਦਲ ਦੇਣਾ। ਜਿਵੇਂ ਆਪਾਂ ਪਿੰਡ ਦੇ ਵਿੱਚ ਆਮ ਹੀ ਸਾਰਾ ਕੁਝ ਆਪਾਂ ਨੂੰ ਅਵੇਲੇਬਲ ਹੁੰਦਾ, ਜਿਹੜੀ ਆਪਾਂ ਨੂੰ ਘਰੇਲੂ ਲੋੜ ਹੁੰਦੀ ਹੈ, ਉਸੇ ਢੰਗ ਨਾਲ ਇੱਕ ਪੂਰੇ ਸੰਸਾਰ ਨੂੰ ਪਿੰਡ ਬਣਾ ਦੇਣਾ। ਟੂਡੇ ਆਲ ਕੰਟਰੀਜ਼ ਆਰ ਵੈਰੀ ਕਲੋਜ਼ ਟੂ ਈਚ ਅਦਰ, ਸਾਰੀਆਂ ਕੰਟਰੀਜ਼ ਨੇ ਜਿਹੜੀਆਂ ਇੱਕ ਦੂਜੇ ਦੇ ਨੇੜੇ ਨੇਗੀਆਂ। ਅਦਰ ਪੋਲੀਟੀਕਲੀ ਐਂਡ ਇਕਨੋਮਿਕਲੀ, ਠੀਕ ਹੈ। ਕੀ ਹੈਗਾ ਰਾਜਨੀਤਿਕ ਤੌਰ 'ਤੇ ਅਤੇ ਆਰਥਿਕ ਤੌਰ 'ਤੇ ਇੱਕ ਦੂਜੇ ਦੇ ਬਹੁਤ ਨੇੜੇ ਨੇ। ਮੀਡੀਆ ਸਟਰੈਂਥਨ ਦਾ ਪ੍ਰੋਸੈਸ ਆਫ ਗਲੋਬਲਾਈਜੇਸ਼ਨ, ਜਿਹੜਾ ਹੈਗਾ ਮੀਡੀਆ ਇਸ ਨੂੰ ਮਜ਼ਬੂਤ ਬਣਾਉਂਦਾ ਹੈ। ਡਿਊ ਟੂ ਕੋਲਡ ਵਾਰ ਬਿਟਵੀਨ ਅਮੈਰੀਕਾ ਐਂਡ ਦਾ ਸੋਵੀਅਤ ਯੂਨੀਅਨ, ਅਮੈਰੀਕਾ ਬਿਕੇਮ ਦਾ ਨੰਬਰ 1 ਪਾਵਰ ਇਨ ਦਾ ਵਰਲਡ, ਠੀਕ ਹੈ। ਕੋਲਡ ਵਾਰ ਚੱਲ ਰਹੀ ਹੈਗੀ ਜਿਹੜੀ, ਉਹਦੇ ਵਿੱਚ ਕੀ ਹੈਗਾ, ਜਿਹੜੀ ਅਮੈਰੀਕਾ ਹੈਗਾ ਉਹ ਨੰਬਰ 1 ਪਾਵਰ ਬਣਿਆ ਹੋਇਆ ਹੈਗਾ ਹੁਣ ਵੀ, ਠੀਕ ਹੈ। ਤਾਂ ਇਹਦੀਆਂ ਕਰੈਕਟਰਿਸਟਿਕਸ ਕੀ ਨੇਗੀਆਂ, ਤਾਂ ਇਹ ਜੇ ਤੁਸੀਂ ਇੰਟਰਨੈਸ਼ਨਲ ਅੰਤਰਰਾਸ਼ਟਰੀ ਵਿਕਾਸ ਕਰਨਾ ਹੈਗਾ, ਆਰਥਿਕ ਵਿਕਾਸ ਕਰਨਾ, ਉਹਦੇ ਲਈ ਤੁਹਾਨੂੰ ਗਲੋਬਲਾਈਜੇਸ਼ਨ ਜ਼ਰੂਰੀ ਹੈਗੀ, ਠੀਕ ਹੈ। ਜਿਵੇਂ ਕਿ ਸਾਰੇ ਕਿਤੇ MNCs ਚੱਲ ਰਹੀਆਂ ਨੇਗੀਆਂ, ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਨੇ ਜਿਹੜੀਆਂ ਹਰੇਕ ਦੇਸ਼ ਦੇ ਵਿੱਚ ਆਉਂਦੀਆਂ ਨੇ, ਐਮਾਜ਼ੋਨ ਵਰਗੀਆਂ, ਠੀਕ ਹੈ। ਉਹ ਰੁਜ਼ਗਾਰ ਦਿੰਦੀਆਂ ਨੇਗੀਆਂ, ਰੁਜ਼ਗਾਰ ਮਿਲੂਗਾ ਤਾਂ ਪੈਸਾ ਆਊਗਾ, ਗਰੀਬੀ ਘਟੂਗੀ, ਠੀਕ ਹੈ, ਮੰਗ ਵਧੂਗੀ, ਹੋਰ ਵਿਕਾਸ ਹੋਊਗਾ। ਇਸ ਢੰਗ ਨਾਲ ਕੋਈ ਦੇਸ਼ ਦੀ ਜਿਹੜੀ ਹੈਗੀ ਇਕਨੋਮਿਕਸ ਚੱਲਦੀ ਹੁੰਦੀ ਹੈਗੀ। ਤਾਂ ਉਸ ਤੋਂ ਅੱਗੇ ਜਿਹੜਾ ਇਨਕਰੀਜ਼ ਇਨ ਫੋਰਨ ਇਨਵੈਸਟਮੈਂਟ, ਠੀਕ ਹੈ, ਵਿਦੇਸ਼ੀ ਪੂੰਜੀ ਦੇ ਵਿੱਚ ਵਾਧਾ ਹੁੰਦਾ ਗਾ। ਉਸ ਤੋਂ ਬਾਅਦ ਐਕਸਚੇਂਜ ਆਫ ਨੌਲੇਜ ਐਂਡ ਟੈਕਨੋਲੋਜੀ, ਅਸੀਂ ਗਿਆਨ ਅਤੇ ਜਿਹੜੀ ਟੈਕਨੋਲੋਜੀ ਆ ਉਹਦਾ ਵਟਾਂਦਰਾ ਕਰਦੇ ਰਹਿੰਦੇ ਹੈਗੇ। ਉਸ ਤੋਂ ਅੱਗੇ ਹੈਗਾ ਨੇਮ ਦਾ ਕੰਟਰੀਜ਼ ਆਫ ਯੂਨਾਈਟਿਡ ਨੇਸ਼ਨ ਵਿੱਚ ਹੈ ਵੀਟੋ ਪਾਵਰ, ਕਿਹੜੀਆਂ ਕਿਹੜੀਆਂ ਕੰਟਰੀਜ਼ ਨੇ ਜਿਨ੍ਹਾਂ ਕੋਲ ਵੀਟੋ ਪਾਵਰ ਹੈ। ਅਮੈਰੀਕਾ, ਫਰਾਂਸ, ਇੰਗਲੈਂਡ, ਚਾਈਨਾ, ਰਸ਼ੀਆ, ਠੀਕ ਹੈ। ਇਹ 4-5 ਕੰਟਰੀਆਂ ਨੇਗੀਆਂ ਜਿਨ੍ਹਾਂ ਕੋਲ ਵੀਟੋ ਪਾਵਰ ਹੈਗੀ। ਸੋ ਅੱਜ ਦਾ ਲੈਸਨ ਇੰਨਾ ਕੀ ਹੈ, ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ। ਟੈਸਟ ਦੀ ਤਿਆਰੀ ਰੱਖਿਓ ਆਪਦੀ, ਠੀਕ ਹੈ ਜੀ। ਜੇ ਵੀਡੀਓ ਚੰਗੀ ਲੱਗੀ, ਸਮਝ ਆਈ ਹੈ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ ਜ਼ਰੂਰ ਨਾ ਭੁੱਲਣਾ। ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਧੰਨਵਾਦ ਜੀ।